ਕੀ ਲੱਗਦਾ ਹੈ ਐਮਐਸਪੀ ਹੈ ਤੇ ਰਹੂਗੀ ਦਾ ਵਾਅਦਾ ਕਿੰਨਾ ਕੁ ਸਹੀ ਹੈ ਤੇ ਕਿੰਨਾ ਕੁ ਫਿਰ ਖਾਲੀ ਢੋਲ ਹੈ? ਇਹ ਸਰਕਾਰ ਦੀਆਂ ਸਾਰੀਆਂ ਗੱਲਾਂ ਦੀ ਫੂਕ ਨਿਕਲ ਗਈ। ਆ ਕਲੀਅਰ ਹੋ ਗਿਆ ਫਸਲ ਆਉਣ ਤੇ। ਜਿਹੜੀ ਗੱਲ ਦਾ ਅਸੀਂ ਅੰਦੋਲਨ 'ਚ ਕਿਸਾਨ ਸ਼ੋਰ ਕਰ ਰਹੇ ਸੀ, ਰੌਲਾ ਪਾ ਰਹੇ ਕਹਿੰਦੇ ਸੀ ਭਈ ਕਿਸਾਨ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਵਰਗਲਾਏ ਹੋਏ ਆ। ਕਹਿੰਦੇ ਸੀ ਕਿ ਕਿਸਾਨ ਜਿਹੜਾ ਭਰਮ 'ਚ ਹੈ, ਐਮਐਸਪੀ ਤਾਂ ਮਿਲੇਗੀ, ਐਮਐਸਪੀ ਤਾਂ ਹੈ रहेगी, कि एमएसपी है, एमएसपी रहेगी। तो एमएसपी थी, तो एमएसपी थी तो मान लिया जाए, अब रहेगी नहीं। अंदोलन ਦੇ ਵਿੱਚ ਕਿਸਾਨ ਉਹੀ ਨਹੀਂ ਖੜਾ। ਜੋ ਕਿਸਾਨ ਦਾ ਭਰਮ ਕਹਿੰਦੀ ਸੀ ਸਰਕਾਰ, ਅੱਜ ਉਹ ਸੱਚ ਸਾਬਤ ਹੋ ਗਿਆ। ਅੱਜ ਜਿਹੜੀ ਕਹਿੰਦੀ ਸੀ ਵੀ ਇਹ ਅੰਦੋਲਨਕਾਰੀ ਝੂਠੇ ਨੇ ਤੇ ਸਰਕਾਰ ਸੱਚੀ ਹੈ, ਅੱਜ ਕਲੀਅਰ ਹੋ ਗਿਆ ਕਿ ਅੰਦੋਲਨਕਾਰੀ ਸੱਚੇ ਨੇ, ਸਰਕਾਰ ਝੂਠੀ ਹੈ। ਲਾਗੂ ਨਹੀਂ ਹੋਣ ਦੇਵਾਂਗੇ ਅਸੀਂ, ਬਿਲਕੁਲ ਤਕੜੇ ਹੋ ਕੇ ਲੜਾਂਗੇ ਔਰ ਜਿੱਦਾਂ ਤੱਕ ਅਸੀਂ ਅਖੀਰੀ ਦਮ ਤੱਕ ਲੜਾਂਗੇ। ਸਾਡੀ ਲੜਾਈ ਇਸੇ ਗੱਲ ਦੀ ਆ ਕਿ ਕਿਸਾਨਾਂ ਨੂੰ ਐਮਐਸਪੀ ਮਿਲਣੀ ਚਾਹੀਦੀ ਆ, ਕਿ ਨਵੀਂ ਦਾ ਨਵਾਂ ਏਜੰਡਾ ਵਿੱਚ ਫਸਾ ਕੇ ਤੇ ਕਿਸਾਨਾਂ ਦੀ ਲੁੱਟ ਕਿਵੇਂ ਕਰਾਉਣੀ ਹੈ। ਇਸ ਕਰਕੇ ਇਹਦੇ 'ਚ ਨਵੀਂ ਹਮੇਸ਼ਾ ਵਧਣੀ ਹੈ, ਘਟਣੀ ਨਹੀਂ। ਨਵੀਂ ਇਹ ਤੁਸੀਂ ਐਫਸੀਆਈ ਸਟੋਰਾਂ ਜਾਣੀ ਆ, ਉੱਥੇ ਵਧਣੀ ਹੈ। ਤਾਂ ਇਹ ਸਿੱਧੀ ਅਦਾਇਗੀ ਵਾਲੇ ਜਿਹੜੇ ਮਸਲੇ ਖੜੇ ਕੀਤੇ ਜਾ ਰਹੇ ਨੇ ਜਾਂ ਫਿਰ ਜੋ ਨਵੀਂ ਵਾਲੇ ਮਸਲੇ ਖੜੇ ਕੀਤੇ ਜਾ ਰਹੇ ਨੇ ਤੇ ਕਿਸਾਨਾਂ ਤੇ ਕਿੰਨਾ ਕੁ ਭਾਰੂ ਹੈ? ਬਰਨੀਤ ਹੈ, ਸਰਕਾਰ ਦੀ ਬਦਨੀਤੀ ਹੈ, ਦੋਗਲੀ ਪਾਲਿਸੀ ਹੈ। ਪੱਕੇ ਕੁਆਟਰ ਬਣ ਗਏ ਨੇ ਔਰ ਅਸੀਂ ਬੈਠਾਂਗੇ 2024 ਤੱਕ ਬੈਠਾਂਗੇ। ਬੀਜੇਪੀ ਨੂੰ ਕਲੀਨ ਸਵੀਪ ਕਰਾਂਗੇ ਪੂਰੇ ਭਾਰਤ 'ਚੋਂ, ਫਿਰ ਮੁੜਾਂਗੇ ਜੇ ਨਹੀਂ ਇਹ ਕਾਨੂੰਨ ਵਾਪਸ ਲੈਂਦੇ ਤਾਂ। ਕਿ ਜੇ ਤਾਂ ਜਿੰਨੀ ਜਲਦੀ ਬੀਜੇਪੀ ਹੱਲ ਕੱਢ ਦੂ ਸਰਕਾਰ ਇਹ ਕੇਂਦਰ ਦੀ ਤੇ ਚੰਗੇ ਰਹਿਣਗੇ, ਨਹੀਂ ਤੇ ਪੰਜਾਬ ਦੇ ਵਿੱਚ ਹੁਣ ਕਾਰਪੋਰੇਸ਼ਨਾਂ 'ਚ ਇਹਨਾਂ ਦਾ ਸਫਾਇਆ ਕਰਤਾ, ਬਿਲਕੁਲ ਕੋਈ ਵੋਟ ਨਹੀਂ ਇਹਨਾਂ ਨੂੰ ਮਿਲੀ। ਕਣਕ ਦੀ ਫਸਲ ਦੀ ਗੱਲ ਕਰ ਲਈਏ ਤਾਂ ਮੰਡੀਆਂ ਵਿੱਚ ਆਉਣੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਦੇ ਵਿੱਚ 10 ਤਰੀਕ ਤੋਂ ਖਰੀਦ ਸ਼ੁਰੂ ਹੋਵੇਗੀ, ਲੇਕਿਨ ਹਜੇ ਤੱਕ ਕਿਤੇ ਨਾ ਕਿਤੇ ਸ਼ਸ਼ੋਪੰਜ ਹੈ ਕਿਸਾਨਾਂ ਦੇ ਅੰਦਰ। ਕਈ ਸਵਾਲ ਖੜੇ ਹੁੰਦੇ ਨੇ ਕਿ ਐਮਐਸਪੀ ਤੇ ਖਰੀਦੀ ਜਾਵੇਗੀ ਜਾਂ ਕਣਕ ਦੀ ਫਸਲ ਨੂੰ ਖਰੀਦੇਗਾ ਕੌਣ, ਤੇ ਵੱਡਾ ਸਵਾਲ ਖੜਾ ਹੁੰਦਾ ਹੈ ਜੋ ਵੱਡਾ ਚਿੰਤਾ ਦਾ ਸਵਾਲ ਹੈ। 12% ਨਮੀ ਹੈ ਤੇ ਨਮੀ ਨੂੰ ਕਿਵੇਂ ਕੰਟਰੋਲ ਕੀਤਾ ਜਾਵੇਗਾ। ਖੈਰ ਦਿੱਲੀ ਦੇ ਵਿੱਚ ਜੋ ਮੰਡੀਆਂ ਨੇ ਉੱਤੇ ਫਸਲ ਵਿਕ ਰਹੀ ਹੈ ਤੇ ਘਾਟੇ ਦੇ ਵਿਕ ਰਹੀ ਹੈ, ਐਮਐਸਪੀ ਤੇ ਨਹੀਂ ਵਿਕ ਰਹੀ। ਮੇਰੇ ਨਾਲ ਕਿਸਾਨ ਆਗੂ ਮਨਜੀਤ ਰਾਏ ਨੇ ਜੋ ਜਾਇਜ਼ਾ ਲੈਣ ਪਹੁੰਚੇ ਨੇ। ਮਨਜੀਤ ਜੀ, ਐਮਐਸਪੀ ਸੀ, ਐਮਐਸਪੀ ਹੈ, ਐਮਐਸਪੀ ਰਹੇਗੀ, ਇਹ ਵਾਅਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਰਦੇ ਨੇ। 1975 ਐਮਐਸਪੀ ਕੀਤੀ ਗਈ ਆ 50 ਰੁਪਏ ਵਧਾ ਕੇ, ਪਰ 1700 1600 1750 ਇਹ ਰੇਟ ਵਿਕਿਆ, ਇਦੋਂ ਵੱਧ ਨਹੀਂ ਦਿੱਤਾ ਦਿੱਲੀ ਦੇ ਵਿੱਚ। ਕੀ ਲੱਗਦਾ ਹੈ ਐਮਐਸਪੀ ਹੈ ਤੇ ਰਹੂਗੀ ਦਾ ਵਾਅਦਾ ਕਿੰਨਾ ਕੁ ਸਹੀ ਹੈ ਤੇ ਕਿੰਨਾ ਕੁ ਫਿਰ ਖਾਲੀ ਢੋਲ ਹੈ? ਇਹ ਸਰਕਾਰ ਦੀਆਂ ਸਾਰੀਆਂ ਗੱਲਾਂ ਦੀ ਫੂਕ ਨਿਕਲ ਗਈ। ਆ ਕਲੀਅਰ ਹੋ ਗਿਆ ਫਸਲ ਆਉਣ ਤੇ। ਜਿਹੜੀ ਗੱਲ ਦਾ ਅਸੀਂ ਅੰਦੋਲਨ 'ਚ ਕਿਸਾਨ ਸ਼ੋਰ ਕਰ ਰਹੇ ਸੀ, ਰੌਲਾ ਪਾ ਰਹੇ ਕਹਿੰਦੇ ਸੀ ਭਈ ਕਿਸਾਨ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਵਰਗਲਾਏ ਹੋਏ ਆ। ਕਹਿੰਦੇ ਸੀ ਕਿ ਕਿਸਾਨ ਜਿਹੜਾ ਭਰਮ 'ਚ ਹੈ, ਐਮਐਸਪੀ ਤਾਂ ਮਿਲੇਗੀ, ਐਮਐਸਪੀ ਤਾਂ ਹੈ रहेगी। ਇਹਦਾ ਮਤਲਬ ਕੀ ਹੋ ਗਿਆ ਕਿ ਅੱਜ ਆ ਕਲੀਅਰ ਹੋ ਗਿਆ ਜਦੋਂ ਮੰਡੀ ਆਏ। ਸਾਨੂੰ ਜਦੋਂ ਪਤਾ ਲੱਗਾ ਕਿ ਨਰੇਲਾ ਜਿਹੜੀ ਦਿੱਲੀ ਦੀ ਨਰੇਲਾ ਮੰਡੀ ਆ, ਕਿਸੇ ਵਕਤ ਏਸ਼ੀਆ ਦੀ ਨੰਬਰ 1 ਮੰਡੀ ਸੀ, ਅੱਜ ਇਸ ਮੰਡੀ ਦੇ ਵਿੱਚ ਜਿਹੜੀ ਕਣਕ ਹੈ ਉਹ 200 ਤੋਂ 250 ਰੁਪਏ ਪ੍ਰਤੀ ਕੁਇੰਟਲ ਐਮਐਸਪੀ ਤੋਂ ਥੱਲੇ ਵਿਕ ਰਹੀ ਹੈ। ਸੋ ਇਹਦਾ ਮਤਲਬ ਹੈ ਕੋਈ ਕਿਤੇ 1650, ਕਿਤੇ 1700, 1705 ਇਹ ਰੇਟ ਅੱਜ ਮਿਲ ਰਿਹਾ। ਤਾਂ ਇਹਦਾ ਮਤਲਬ ਕੀ ਹੈ ਕਿ ਅੱਜ ਉਹ ਜਿਹੜੀ ਸਰਕਾਰ ਦੁਹਾਈ ਕਰਦੀ ਸੀ ਕਿ ਐਮਐਸਪੀ ਹੈ, ਐਮਐਸਪੀ रहेगी, तो एमएसपी थी, तो एमएसपी थी तो मान लिया जाए, अब रहेगी नहीं, ये माना जाए। आज क्लियर हो गई इस बात को कि देखिए, हाँ जी, मतलब हिंदी च मैं तो यूपी खड़ा ना दिल्ली मंडी, आज ये देखो पे क्लियर हो गया कि ਅੱਜ ਆ ਜਿਹੜੇ ਬਿੱਲ ਦਿਖਾਏ ਗਏ ਆ 205 ਰੁਪਏ ਪ੍ਰਤੀ ਕੁਇੰਟਲ ਘੱਟ ਤੇ ਵਿਕੀ ਹੈ। ਅੱਜ ਇਹ ਕਲੀਅਰ ਹੋ ਗਿਆ ਵੀ ਜਿਹੜੇ ਅੰਦੋਲਨਕਾਰੀ ਕਹਿ ਰਹੇ ਉਹ ਸੱਚ ਆ। ਅੰਦੋਲਨ ਦੇ ਵਿੱਚ ਕਿਸਾਨ ਉਹੀ ਨਹੀਂ ਖੜਾ। ਜੋ ਕਿਸਾਨ ਦਾ ਭਰਮ ਕਹਿੰਦੀ ਸੀ ਸਰਕਾਰ, ਅੱਜ ਉਹ ਸੱਚ ਸਾਬਤ ਹੋ ਗਿਆ। ਅੱਜ ਜਿਹੜੀ ਕਹਿੰਦੀ ਸੀ ਵੀ ਇਹ ਅੰਦੋਲਨਕਾਰੀ ਝੂਠੇ ਨੇ ਤੇ ਸਰਕਾਰ ਸੱਚੀ ਹੈ, ਅੱਜ ਕਲੀਅਰ ਹੋ ਗਿਆ ਕਿ ਅੰਦੋਲਨਕਾਰੀ ਸੱਚੇ ਨੇ, ਸਰਕਾਰ ਝੂਠੀ ਹੈ। 10 ਤਰੀਕ ਨੂੰ ਪੰਜਾਬ 'ਚ ਸ਼ੁਰੂ ਹੈ। ਪੰਜਾਬ ਦੇ ਕਿਸਾਨ ਨੂੰ ਵੀ ਡਰ ਤਾਂ ਕਿਤੇ ਨਾ ਕਿਤੇ ਹੈਗਾ। ਕੀ ਯਕੀਨ ਹੈ ਕਿ ਪੰਜਾਬ ਸਰਕਾਰ ਇਸ ਚੀਜ਼ ਨੂੰ ਪੂਰਾ ਯਕੀਨੀ ਬਣਾ ਪਾਏਗੀ ਜਾਂ ਜੋ ਇੱਥੇ ਹੋ ਰਿਹਾ ਉਹ ਪੰਜਾਬ 'ਚ ਨਹੀਂ ਹੋਊਗਾ? ਦੇਖੋ, ਇਹ ਜਿਹੜਾ ਕਰੂਗੇ ਪੰਜਾਬ 'ਚ ਵੀ ਇਦਾਂ ਦੇ ਹਾਲਾਤ ਪੈਦਾ, ਕਿਉਂਕਿ ਇਹਨਾਂ ਦੀ ਜਿਹੜੀ ਪੰਜਾਬ ਦੇ ਬਾਰੇ ਅੱਗੇ ਪਲੈਨਿੰਗ ਹੁੰਦੀ ਸੀ, ਅੱਗੇ ਜਿਹੜਾ ਇਹ ਲੈਟਰ ਇਸ਼ੂ ਕਰਦੇ ਸੀ ਉਹ ਲਗਭਗ 135 ਮਿਲੀਅਨ ਟਨ ਦਾ ਹੁੰਦਾ ਸੀ ਤੇ ਇਸ ਵਾਰ 105 ਦਾ ਕੀਤਾ ਹੈ। ਤੇ ਉਹਦੇ ਵਿੱਚ ਕਿਤੇ ਨਾ ਕਿਤੇ ਨਜ਼ਰ ਆਉਂਦੀ ਆ ਬਦਨੀਤੀ ਇਹਨਾਂ ਦੀ। ਕਰੂਗੇ, ਪਰ ਮੈਂ ਸਮਝਦਾ ਵੀ ਇਹ ਸਰਕਾਰ ਦੀ ਜਿਹੜੀ ਪਾਲਿਸੀ ਆ ਇਹ ਲਾਗੂ ਨਹੀਂ ਹੋਣ ਦੇਵਾਂਗੇ। ਅਸੀਂ ਬਿਲਕੁਲ ਤਕੜੇ ਹੋ ਕੇ ਲੜਾਂਗੇ ਔਰ ਜਿੱਦਾਂ ਤੱਕ ਅਸੀਂ ਅਖੀਰੀ ਦਮ ਤੱਕ ਲੜਾਂਗੇ। ਸਾਡੀ ਲੜਾਈ ਇਸੇ ਗੱਲ ਦੀ ਆ ਕਿ ਕਿਸਾਨਾਂ ਨੂੰ ਐਮਐਸਪੀ ਮਿਲਣੀ ਚਾਹੀਦੀ ਆ।
ਨਮੀ ਨੂੰ ਕਿਵੇਂ ਦੇਖਦੇ ਹੋ? 12% ਨਮੀ ਕੰਟਰੋਲ ਕਰਨੀ ਬਹੁਤ ਔਖੀ ਆ। ਪੰਜਾਬ ਦੀ ਗੱਲ ਕਰੀਏ 14-15% ਰਹਿੰਦੀ ਆ, ਪਰ 12% ਤੱਕ ਆਉਣਾ ਮੈਨੂੰ ਲੱਗਦਾ ਬਹੁਤ ਔਖਾ ਹੋਊ। ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਜੀ, ਮੇਰਾ ਜੋ ਤਜਰਬਾ ਜ਼ਿੰਦਗੀ ਦਾ, ਇਹ 'ਚ ਨਮੀ ਘਟਦੀ ਨਹੀਂ ਹੁੰਦੀ, ਵੱਧਦੀ ਹੁੰਦੀ ਆ ਹਮੇਸ਼ਾ। ਇਹ ਹਵਾ ਚੋਂ ਨਮੀ ਲੈਂਦੀ ਹੈ ਕਣਕ। ਐਨੀ ਦਿਨੀ ਕਣਕ ਜਦੋਂ ਕੱਟ ਕੇ ਆਉਂਦੀ ਹੈ ਮਸ਼ੀਨ 'ਚ ਨਿਕਲਦੀ ਤਦ ਹੈ ਕਿ ਜੇਕਰ ਇਹਦੇ ਵਿੱਚ ਨਮੀ ਘੱਟ ਹੈ ਤੇ ਤਾਈਓ ਇਹ ਕੰਬਾਈਨ ਨੇ ਕਣਕ ਕਤਰਾਈ ਕਰਨੀ ਹੈ। ਔਰ ਉਹਦੇ ਬਾਅਦ ਜਦੋਂ FCI ਸਟੋਰਾਂ ਚਲੀ ਜਾਂਦੀ ਆ, ਅਸੀਂ ਪਿੱਛੇ ਦੇਖਦੇ ਰਹੇ ਆ ਕਿ ਜਿਹੜੀ 1 ਕੁਇੰਟਲ ਕਣਕ ਅਸੀਂ ਡਰਮਾਂ 'ਚ ਤੋਲ ਕੇ ਪਾ ਕੇ ਰੱਖਦੇ ਰਹੇ ਆ, ਜਿਹੜੀ ਐਨੀ ਦਿਨੀ 1 ਕੁਇੰਟਲ ਤੋਲਣੀ ਆ, ਬਰਸਾਤ ਤੋਂ ਬਾਅਦ ਉਹ 1 ਕੁਇੰਟਲ 5 ਕਿਲੋ ਹੋ ਜਾਣੀ। ਉਹ ਕਿਵੇਂ ਹੁੰਦੀ ਹੈ? ਉਹ ਨਮੀ ਨੂੰ ਇਹ ਸਮੇਟਦੀ ਹੈ, ਕਿਉਂਕਿ ਇਹ ਸੁੱਕੀ ਹੁੰਦੀ ਜ਼ਿਆਦਾ। ਤੇ ਸਰਕਾਰ ਨੇ ਨਮੀ ਹੋਰ ਹੀ ਨਵਾਂ ਹੀ ਇੱਕ ਕੱਢ ਦਿੱਤਾ। ਉਹ ਤਰੀਕਾ ਹੈ, ਹੇਰਾ ਫੇਰੀ ਹੈ, 420 ਹੈ ਕਿ ਨਮੀ ਦਾ ਨਵਾਂ ਏਜੰਡਾ ਵਿੱਚ ਫਸਾ ਕੇ ਤੇ ਕਿਸਾਨਾਂ ਦੀ ਲੁੱਟ ਕਿਵੇਂ ਕਰਾਉਣੀ ਹੈ। ਇਸ ਕਰਕੇ ਇਹਦੇ 'ਚ ਨਮੀ ਹਮੇਸ਼ਾ ਵਧਣੀ ਹੈ, ਘਟਣੀ ਨਹੀਂ। ਨਵੀਂ ਇਹ ਤੁਸੀਂ FCI ਸਟੋਰਾਂ ਜਾਣੀ ਹੈ, ਉੱਥੇ ਵਧਣੀ ਹੈ ਜਿੱਥੇ ਵੀ ਇਹਨੂੰ ਸਟੋਰ ਕਰਨਾ ਹੈ। ਇਹਦਾ ਮਤਲਬ ਕੀ ਹੈ? ਵੀ ਇਹਦੀ ਨਵੀਂ ਘਟਾ ਕੇ ਅੱਜ ਅਡਾਨੀ ਅਬਾਨੀ ਨੂੰ ਉਹ ਜਿਹੜੀ ਨਵੀਂ ਘਟਾ ਕੇ ਕਿਸਾਨਾਂ ਦੀ ਲੁੱਟ ਕਰਨ ਵਾਸਤੇ ਉਹ ਘੱਟ ਰੇਟ ਤੇ ਖਰੀਦੇ ਔਰ ਫਿਰ ਉਹਨਾਂ ਦੇ ਸਟੋਰਾਂ 'ਚ ਜਾ ਕੇ। ਪਰ ਉਹ ਤਾਂ ਮਨਜੀਤ ਜੀ ਆਏ ਨਾ, ਜੇ FCI ਸਟੋਰ ਜਾਵੜੀ ਤਾਂ ਫਿਰ FCI ਦਾ ਕੰਮ, ਉਹ ਤਾਂ FCI ਦੀ ਮਤਲਬ ਉਹ ਬਣਦੀ ਹੈ ਨਾ, ਜ਼ਿੰਮੇਵਾਰੀ ਬਣਦੀ ਹੈ। ਨਹੀਂ, ਮੈਂ FCI ਦੀ ਨਹੀਂ, FCI ਨਹੀਂ ਤਾਂ ਖਰੀਦਣੀ ਹੀ ਨਹੀਂ। ਆ ਦੇਖੋ MCI ਤਾਂ ਖਰੀਦ ਨਹੀਂ ਰਹੀ, ਨਰੇਲਾ ਮੰਡੀ 'ਚ ਖੜੇ ਆ, ਇੱਥੇ ਨਹੀਂ ਖਰੀਦ ਹੋ ਰਹੀ FCI ਦੀ। ਫਿਰ ਇਹਦਾ ਮਤਲਬ ਕੀ ਹੈ ਕਿ ਪ੍ਰਾਈਵੇਟ ਅਦਾਰਿਆਂ ਨੇ ਖਰੀਦਣੀ ਹੈ। ਜਦੋਂ ਪ੍ਰਾਈਵੇਟ ਕੰਪਨੀਆਂ ਨੇ ਖਰੀਦਣੀ, ਫਾਇਦਾ ਉਹਨਾਂ ਨੂੰ ਹੋਣਾ। ਤੇ FCI ਦੇ ਵਿੱਚ ਜੇ ਆਪਾਂ ਕਹਿੰਦੇ ਆ ਜੇ ਉਹਨਾਂ ਦਾ ਏਜੰਡਾ ਨਹੀਂ, ਮੇਰੇ ਕਹਿਣ ਦਾ ਭਾਵ ਤਾਂ ਇਹ ਸੀ, ਪ੍ਰੈਕਟੀਕਲੀ ਮੈਂ ਦੱਸ ਰਿਹਾ ਕਿ ਇਹਦੀ ਨਮੀ ਜਿਹੜੀ ਆ ਉਹ ਜਦੋਂ ਇਹ ਕਿਸਾਨ ਦੇ ਖੇਤ 'ਚੋਂ ਆ ਜਾਣੀ, ਕਿੱਥੋਂ ਆਉਂਦੀ? ਧੁੱਪ 'ਚੋਂ ਆਉਂਦੀ ਆ ਤੇ ਛਾਂ 'ਚ ਰਹਿਣੀ ਹੈ ਤੇ ਹਵਾ 'ਚ ਨਮੀ ਹੁੰਦੀ ਹੈ। ਇਹਦੇ ਵਿੱਚ ਇੰਨੀ ਮਾਤਰਾ ਹੁੰਦੀ ਹੈ ਕਿਉਂਕਿ ਇੰਨੀ ਇਹ ਜਿਹੜੀ ਆਪਾਂ ਕਹਿ ਰਹੇ ਨਾ 14% ਪਹਿਲਾਂ ਨੇ ਰੱਖੀ ਹੋਈ ਸੀ, 14-15% ਦੀ ਜਿਹੜੀ ਇਹਦੇ ਵਿੱਚ ਨਮੀ ਰਹਿਣੀ ਚਾਹੀਦੀ ਹੈ। ਉਹਦਾ ਮਤਲਬ ਇਹ ਹੁੰਦਾ ਵੀ ਇਹ ਤੋਂ ਵੱਧ ਸਮੋ ਸਕਦੀ ਹੈ ਤੇ ਉਹ ਕਣਕ ਨੂੰ ਖਰਾਬ ਨਹੀਂ ਮੰਨਿਆ ਜਾਂਦਾ, ਜਿਹੜੀ ਸਟੋਰਾਂ 'ਚੋਂ ਆ ਕੇ ਮੁੜ ਕੇ ਚੱਕੀ ਤੇ ਪਿਸਦੀ ਹੈ ਔਰ ਉਹ 1 ਕੁਇੰਟਲ ਤੋਂ 1 ਕੁਇੰਟਲ 5 ਕਿਲੋ ਹੋ ਜਾਂਦੀ ਹੈ ਬਰਸਾਤੋਂ ਬਾਅਦ। ਉਹਦਾ ਮਤਲਬ ਕੀ ਹੁੰਦਾ ਕਿ ਨਮੀ ਨੂੰ ਹੋਰ ਸਮੇਟਦੀ ਹੈ ਔਰ ਫਿਰ ਉਹਦੇ ਬਾਅਦ ਆਟਾ ਬਣਦਾ ਉਹਦਾ। ਇਹ ਸਿਰਫ ਸਰਕਾਰ ਦੀਆਂ ਪਾਲਿਸੀਆਂ, ਲੋਕਾਂ ਨੂੰ ਜਿਹਨਾਂ ਨੂੰ ਪਤਾ ਨਹੀਂ ਪ੍ਰੈਕਟੀਕਲੀ ਪਾਲਿਸੀਆਂ ਨੇ। ਸਿੱਧੀ ਅਦਾਇਗੀ ਦੀ ਗੱਲ ਕਰ ਲੈਂਦੇ ਆ। ਹੁਣ ਸਭ ਤੋਂ ਵੱਡਾ ਮਸਲਾ ਬਾਅਦ 'ਚ ਜਿਹੜਾ ਫਲ ਮਿਲਣ ਦਾ ਹੁੰਦਾ, ਫਲ ਮਿਲਣਾ। ਹੁਣ ਸਰਕਾਰ ਕਹਿੰਦੀ ਸੀ ਕਿ ਸਿੱਧੀ ਅਦਾਇਗੀ, ਸਿੱਧੇ ਪੈਸੇ ਦੇਵਾਂਗੇ, ਪਰ ਜਦੋਂ ਅਦਾਇਗੀ ਦੀ ਗੱਲ ਆਉਂਦੀ ਆ ਤਾਂ ਸੂਬਾ ਸਰਕਾਰਾਂ ਦਾ ਹੱਕ ਹੁੰਦਾ, ਸੂਬਾ ਸਰਕਾਰਾਂ ਨੂੰ ਹੁੰਦਾ ਜਿਸ ਤਰੀਕੇ ਨਾਲ ਮਰਜ਼ੀ ਪੇਮੈਂਟ ਦਿੱਤੀ ਜਾਵੇ। ਤਾਂ ਇਹ ਸਿੱਧੀ ਅਦਾਇਗੀ ਵਾਲੇ ਜਿਹੜੇ ਮਸਲੇ ਖੜੇ ਕੀਤੇ ਜਾ ਰਹੇ ਨੇ ਜਾਂ ਫਿਰ ਜੋ ਨਮੀ ਵਾਲੇ ਮਸਲੇ ਖੜੇ ਕੀਤੇ ਜਾ ਰਹੇ ਨੇ, ਤੇ ਕਿਸਾਨਾਂ ਤੇ ਕਿੰਨਾ ਕੁ ਭਾਰੂ ਹੈ, ਕਿਸਾਨਾਂ ਲਈ ਕਿੰਨਾ ਖਤਰਨਾਕ? ਬਰਨੀਤ ਹੈ, ਸਰਕਾਰ ਦੀ ਬਦਨੀਤੀ ਹੈ, ਦੋਗਲੀ ਪਾਲਿਸੀ ਹੈ। ਜਦੋਂ ਵੀ ਕਿਸਾਨ ਨੂੰ ਲੋੜ ਪੈਂਦੀ ਸਾਡੇ ਪੰਜਾਬ 'ਚ, ਤੇ ਮੈਂ ਇਹ ਕਹਿ ਸਕਦਾ ਇਸ ਤਰ੍ਹਾਂ ਹੁੰਦਾ ਹੈ ਕਿ ਸਾਨੂੰ ਸਾਡੇ ਕਿਸੇ ਬੇਟੀ ਦੀ ਸ਼ਾਦੀ ਆ ਗਈ, ਸਾਡੇ ਕਿਸੇ ਬੇਟੇ ਦਾ ਵਿਆਹ ਆ ਗਿਆ, ਕਿਸੇ ਬੱਚੇ ਨੂੰ ਬਾਹਰ ਭੇਜਣਾ, ਕੋਈ ਐਮਰਜੈਂਸੀ ਹਸਪਤਾਲ ਚਲਾ ਗਿਆ, ਪੈਸੇ ਨਹੀਂ ਹੈਗੇ ਘਰ, ਤੇ ਅਸੀਂ ਆਪਣੇ ਆੜ੍ਹਤੀਏ, ਜਿਹੜਾ ਸਾਡਾ ਭਾਈਚਾਰਾ ਇੱਕ ਸਾਂਝ ਬਣੀ ਹੋਈ ਹੈ, ਠੀਕ ਹੈ ਨਾ, ਅਸੀਂ ਆਪਣੇ ਆੜ੍ਹਤੀਏ ਨੂੰ ਕਹਿੰਦੇ ਆ ਜਾ ਕੇ ਕਿ ਵੀਰ ਜੀ ਸਾਨੂੰ ਇੰਨੇ ਪੈਸਿਆਂ ਦੀ ਲੋੜ ਹੈ। ਜੇ ਫਸਲ ਸਾਡੀ ਕੱਟ ਕੇ ਵੀ ਨਹੀਂ ਆਈ ਹੁੰਦੀ ਤੇ ਉਹ ਉਹਨਾਂ ਕੋਲੋਂ ਅਸੀਂ 50,000 ਲੱਖ ਰੁਪਇਆ ਫੜ ਲੈਂਦੇ ਆ ਐਡਵਾਂਸ, ਜੇ ਕਿਤੇ ਸਾਨੂੰ ਜ਼ਰੂਰਤ ਪੈ ਜਾਏ ਐਮਰਜੈਂਸੀ। ਪਰ ਇਹ ਸਾਡਾ ਉਹ ਨਾਤਾ ਤੋੜ ਰਹੀ ਸਰਕਾਰ ਤੇ ਇਹਨਾਂ ਨੇ ਪੇਮੈਂਟ ਕਰਨੀ ਆਨਲਾਈਨ ਖਾਤਿਆਂ ਦੇ ਵਿੱਚ। ਇਹ ਇੱਕ ਤਰ੍ਹਾਂ ਦਾ ਆੜ੍ਹਤੀਆ ਸਿਸਟਮ ਖਤਮ ਕਰਨਾ ਚਾਹੁੰਦੇ ਨੇ। ਅੱਜ ਜੇਕਰ ਕਿਸਾਨ ਥੋੜਾ ਬਹੁਤ ਜਿਉਂਦਾ ਹੈ ਤੇ ਇਸ ਕਰਕੇ ਜਿਉਂਦਾ ਹੈ ਕਿ ਉਹਦੀ ਇੱਕ ਸਾਂਝ ਹੈ ਆੜ੍ਹਤੀਏ ਦੇ ਨਾਲ। ਉਹ ਜਦੋਂ ਉਹਦੀ ਟਰੈਕਟਰ ਮਸ਼ੀਨਰੀ ਖਰਾਬ ਹੁੰਦੀ ਹੈ, ਉਹ ਕਹਿੰਦਾ ਵੀ ਘਰ ਉਹਦੇ ਕੋਲ ਪੈਸੇ ਨਹੀਂ, ਬੈਂਕ 'ਚ ਪੈਸੇ ਨਹੀਂ, ਉਹ ਜਾਂਦਾ ਆੜ੍ਹਤੀਏ ਕੋਲ ਜਾ ਕੇ ਕਹਿੰਦਾ ਲਾਲਾ ਜੀ ਸਾਨੂੰ ਇੰਨੇ ਪੈਸਿਆਂ ਦੀ ਲੋੜ ਹੈ, ਮੇਰੀ ਮਸ਼ੀਨਰੀ ਖੜੀ ਹੋ ਗਈ। ਆੜ੍ਹਤੀਏ ਨੂੰ ਵੀ ਪਤਾ ਹੁੰਦਾ ਹੈ ਕਿ ਇਹਦੀ ਫਸਲ ਆਉਣੀ, ਮੈਂ ਉਹਦੇ ਵਿੱਚੋਂ ਪ੍ਰੋਫਿਟ ਕੱਢਣਾ ਹੈ, ਇਸ ਕਰਕੇ ਉਹਦਾ ਸਾਥ ਦਿੰਦਾ। ਇੱਕ ਸਾਡੀ ਸਾਂਝ ਹੈ, ਇੱਕ ਪਿਆਰ ਬਣਿਆ ਹੋਇਆ। ਇਸ ਕਰਕੇ ਉਹ ਕਹਿੰਦੇ ਹੁੰਦੇ ਆ ਵੀ ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ। ਇਹ ਜਿਹੜਾ ਆੜ੍ਹਤੀਆ ਹੈ ਇਹ ਕਿਸਾਨ ਦਾ ਸ਼ਾਹ ਹੈ ਤੇ ਉਹਦੇ ਬਿਨਾਂ ਪਤ ਨਹੀਂ। ਇਸ ਕਰਕੇ ਕਿਹਾ ਗਿਆ ਕਿ ਜਦੋਂ ਸਾਨੂੰ ਜ਼ਰੂਰਤ ਪੈਂਦੀ ਐਮਰਜੈਂਸੀ ਵੇਲੇ, ਅਸੀਂ ਆਪਣੇ ਸ਼ਾਹ ਕੋਲੋਂ ਉਧਾਰੇ ਪੈਸੇ ਲੈ ਲੈਂਦੇ ਆ, ਉਹਨੂੰ ਫਸਲ ਤੇ ਕਟਾ ਦਿੰਦੇ ਆ। ਆਖਰੀ ਸਵਾਲ ਹੈ, ਇਹ ਸਾਰੇ ਮਸਲੇ ਖੜੇ ਹੋ ਰਹੇ ਨੇ ਜਦੋਂ ਖੇਤੀ ਕਾਨੂੰਨ ਆ ਗਏ, ਵਿਰੋਧ ਚੱਲ ਰਿਹਾ ਆ, ਉਹ ਸਭ ਉਦੋਂ ਹੋ ਰਹੇ ਨੇ। ਹੱਲ ਕਦੋਂ ਹੋਊਗਾ? ਹੱਲ ਤਾਂ ਗੱਲਬਾਤ ਨਾਲ ਹੋਣੀ ਆ, ਗੱਲਬਾਤ ਕਦੋਂ ਹੋਊਗੀ ਇਹ ਹੁਣ ਦੱਸੋ। ਮੈਂ ਇੱਕ ਗੱਲ ਕਹਾਂ, ਅਸੀਂ ਮਨ ਬਣਾਇਆ ਹੋਇਆ ਹੈ ਕਿ ਜੇ ਤਾਂ ਜਿੰਨੀ ਜਲਦੀ BJP ਹੱਲ ਕੱਢ ਦੂ ਸਰਕਾਰ ਇਹ ਕੇਂਦਰ ਦੀ ਤੇ ਚੰਗੇ ਰਹਿਣਗੇ, ਨਹੀਂ ਤੇ ਪੰਜਾਬ ਦੇ ਵਿੱਚ ਹੁਣ ਕਾਰਪੋਰੇਸ਼ਨਾਂ 'ਚ ਇਹਨਾਂ ਦਾ ਸਫਾਇਆ ਕਰਤਾ, ਬਿਲਕੁਲ ਕੋਈ ਵੋਟ ਨਹੀਂ ਇਹਨਾਂ ਨੂੰ ਮਿਲੀ। ਹਰਿਆਣੇ 'ਚ ਤੁਸੀਂ ਵੇਖੋ ਇਹਨਾਂ ਦੇ ਮੰਤਰੀਆਂ ਨੂੰ ਜਾਣ ਨਹੀਂ ਦਿੰਦੇ ਲੋਕ, ਔਰ ਰਾਜਸਥਾਨ 'ਚ ਵੀ ਵਿਰੋਧ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਯੂਪੀ 'ਚ ਕਰਾਂਗੇ, ਹੌਲੀ ਹੌਲੀ ਪੂਰੇ ਭਾਰਤ 'ਚੋਂ BJP ਦਾ ਸਫਾਇਆ ਕਰ ਦਿਆਂਗੇ। ਇਹ ਕਿਸਾਨ ਨੂੰ ਮਾਮੂਲੀ ਨਾ ਸਮਝਣ, ਕਿਸਾਨ ਦੇ ਨਾਲ ਮਜ਼ਦੂਰ ਇਹ ਉਹਦੇ ਸਾਥੀ ਨੇ, ਹਰ ਵਰਗ ਉਹਦਾ ਸਾਥੀ ਹੈ। ਟ੍ਰੇਡ ਯੂਨੀਅਨ ਸਾਡੇ ਨਾਲ ਆ ਗਈਆਂ ਨੇ, ਇਹਨਾਂ ਨੇ ਇਕੱਲੇ ਕਿਸਾਨ ਨੂੰ ਥੋੜੀ
ਇਹਨੀ ਜਿਹੜੀ ਸੱਟ ਮਾਰੀ ਹੁਣ ਤੱਕਰ ਸਾਰੇ ਲੋਕਾਂ ਨੂੰ ਹੁਣ ਤੱਕਰ ਦਬਿਆ ਕੁਚਲਿਆ, ਬਿਲਕੁਲ ਕੁਚਲਿਆ, ਦਬਾਇਆ। ਔਰ ਮੈਂ ਇਹ ਕਹਾਂਗਾ ਹੁਣ ਤੱਕਰ ਨੋਟਬੰਦੀ ਕਰ, GST ਕਰ, ਜਿੰਨੇ ਵੀ ਨਵੇਂ ਫੰਡੇ ਲਿਆਂਦੇ ਨੇ ਨਾ ਲੋਕਾਂ ਨੂੰ ਲੁੱਟਣ ਲਈ। ਸੋ ਮੈਂ ਕਹਾਂ ਅੱਜ ਵੀ ਕਰਜ਼ਾਈ ਆ ਦੇਸ਼। ਇਹ ਕਿੱਥੇ ਗਿਆ ਪੈਸਾ? ਇਹ ਪੈਸਾ ਸਾਰਾ BJP ਦੇ ਦਫ਼ਤਰਾਂ 'ਚ ਚਲਾ ਗਿਆ ਔਰ ਉਹਨਾਂ ਪੂੰਜੀਪਤੀਆਂ ਕੋਲ ਚਲ ਗਿਆ ਜਿਨ੍ਹਾਂ ਨੇ BJP ਦੀ ਸਪੋਰਟ ਕਰਨੀ ਹੈ। ਸੋ ਇਸ ਕਰਕੇ ਇਹ ਜਿਹੜੇ ਹਾਲਾਤ ਨੇ ਇਹਨੂੰ ਮਹਿੰਗੇ ਪੈਣਗੇ BJP ਸਰਕਾਰ ਨੂੰ। ਘੱਟ ਤੋਂ ਘੱਟ ਇਹਨਾਂ ਨੂੰ ਚਾਹੀਦਾ, ਅਸੀਂ ਕਹਿੰਦੇ ਚਲਾਓ ਜਿੰਨਾ ਲੰਬਾ ਚਲਾਉਣਾ, ਕੋਈ ਗੱਲ ਨਹੀਂ। ਬੈਠੇ ਅਸੀਂ ਪੱਕੇ ਮਕਾਨ ਬਣਾ ਲਏ, ਇੱਟਾਂ ਵਾਲੇ ਪੱਕੇ ਮਕਾਨ, ਛੱਤਾਂ ਪਾਤੀਆਂ ਸਿੰਘੂ ਬਾਰਡਰ ਤੇ, ਤੁਹਾਨੂੰ ਵਿਖਾਵਾਂਗਾ। ਪੱਕੇ ਕੁਆਟਰ ਬਣ ਗਏ ਨੇ ਔਰ ਅਸੀਂ ਬੈਠਾਂਗੇ 2024 ਤੱਕ ਬੈਠਾਂਗੇ। BJP ਨੂੰ ਕਲੀਨ ਸਵੀਪ ਕਰਾਂਗੇ ਪੂਰੇ ਭਾਰਤ 'ਚੋਂ, ਫਿਰ ਮੁੜਾਂਗੇ ਜੇ ਨਹੀਂ ਇਹ ਕਾਨੂੰਨ ਵਾਪਸ ਲੈਂਦੇ ਤਾਂ। ਸੋ BJP ਦੇ ਲਈ ਖਤਰਾ ਹੈ। ਐਲਾਨ ਕਿਸਾਨ ਆਗੂਆਂ ਵੱਲੋਂ ਹੈ, ਪਰ ਹੁਣ ਦੇਖਣਾ ਇਹ ਹੈ ਕਿ ਕਦੋਂ BJP ਜਾਂ ਭਾਰਤ ਸਰਕਾਰ ਦੇ ਨਾਲ ਮੀਟਿੰਗ ਹੁੰਦੀ ਹੈ ਤੇ ਕਦੋਂ ਇਹਦਾ ਹੱਲ ਹੁੰਦਾ ਹੈ ਤੇ ਹੱਲ ਕਿਹੜੇ ਹਾਲਾਤਾਂ ਵਿੱਚ ਹੁੰਦਾ ਤੇ ਨਤੀਜਾ ਨਿਕਲਦਾ ਕੀ ਹੈ। ਮੈਂ ਸਰਕਾਰ ਆਪਣੇ ਸਹਿਯੋਗੀ ਕਰਨ ਬਸਰਾ ਦੇ ਨਾਲ ਰੋਜ਼ਾਨਾ ਸਪੋਕਸਮੈਨ ਨਰੇਲਾ ਮੰਡੀ, ਦਿੱਲੀ।